ਤੇ ਡੰਗਰ ਮੋਟੇ ਨੇ। ਦੂਜੇ ਨੰਬਰ ਤੇ ਜਿੱਥੇ ਅਸੀਂ 4 ਕਿਲੋ ਵੰਡਾ ਪਾਉਂਦੇ ਆ ਸੇ ਨਾ ਫੀਡ ਡੰਗਰੇ ਨੂੰ ਉੱਥੇ 2 ਕਿਲੋ ਵੀ ਪਾਇਆ ਨਾ ਤੇ ਫਰਕ ਨਹੀਂ ਪਿਆ, ਮਤਲਬ ਇਹਨਾਂ ਦੁੱਧ ਨਹੀਂ ਹੋਇਆ, ਦੁੱਧ ਬਲਕਿ ਵਧਿਆ। ਇਸ ਸਾਲ ਅਸੀਂ ਹੁਣ ਦੂਜੇ ਸਾਲ ਅਸੀਂ ਮਜ਼ੀਦ ਨਾ ਉਸ ਨੂੰ ਅਸੀਂ ਨਾ ਕਾਹਦਾ ਸਾਈਲੇਜ ਬਣਾਇਆ ਸੀ? ਮਕਈ ਦਾ। ਅੱਛਾ ਇਹ ਦੱਸੋ ਕਿ ਹੁਣ ਤੁਸੀਂ ਇਸਤੇਮਾਲ ਵੀ ਕਰ ਰਹੇ ਹੋ, ਬੰਦੇ ਨੂੰ ਪਤਾ ਨਾ ਹੋਵੇ ਤੇ ਫਾਇਦਾ ਹੋ ਰਿਹਾ ਹੋਵੇ ਤੇ ਬੰਦੇ ਨੂੰ ਇਨਫੋਰਮੇਸ਼ਨ ਲੈਣੀ ਚਾਹੀਦੀ ਕਿ ਕਿਹੜੀ ਐਸੀ ਚੀਜ਼ ਹੈ। ਉਹੀ ਮੱਕੀ ਤੁਸੀਂ ਵੱਢ ਕੇ ਪਾਉਂਦੇ ਹੋ, ਮਾਲ ਉਹਨਾਂ ਦੁੱਧ ਨਹੀਂ ਦਿੰਦਾ, ਮਾਲ ਉਹਨਾਂ ਗੋਸ਼ਤ ਨਹੀਂ ਵਧਾਉਂਦਾ। ਦੋ ਚੀਜ਼ਾਂ ਦਾ ਫਾਇਦਾ ਹੋਇਆ ਨਾ। ਇਹਦੇ 'ਚ ਇਹ ਫਾਇਦਾ ਤਾਂ ਨਹੀਂ ਹੋਇਆ ਕਿ ਮੱਝ ਅੱਗੇ ਦਿਲ ਰੋਜ਼ ਦੀਆਂ 10 ਪੋਸੀਆਂ ਕਰਦੀਆਂ ਤੇ ਸੈਲੇਜ ਪਾਇਆ ਤੇ 40 ਕਰ ਦਿੱਤੀਆਂ। ਨਹੀਂ, ਇਹ ਫਾਇਦਾ ਹੋਇਆ ਕਿ ਮੱਝ ਅੱਗੇ ਵਜ਼ਨ ਕਰ ਰਹੀ ਸੀ, ਰੋਜ਼ ਖੁਰਾਕ ਖਾਣ ਦੀ ਵਜ੍ਹਾ ਨਾਲ 500 ਗ੍ਰਾਮ, ਹੁਣ ਮੱਝ ਵਜ਼ਨ ਕਰਦੀ ਪਈ ਹੈ 1000 ਗ੍ਰਾਮ। ਮਿਸਾਲ ਅਸੀਂ ਦੇ ਰਹੇ ਹਾਂ ਨਾ। ਅੱਗੇ ਮੱਝ ਦੁੱਧ ਕਰਦੀ ਪਈ ਸੀ 4 ਕਿਲੋ ਵੰਡਾ, 400 ਦਾ ਵੰਡਾ ਖਾ ਕੇ ਮੱਝ 800 ਦਾ ਦੁੱਧ ਕਰ ਰਹੀ ਸੀ, ਮਿਸਾਲ ਹੈ। ਹੁਣ ਮੱਝ ਨੇ ਵੰਡਾ 200 ਦਾ ਖਾਦਾ, ਦੁੱਧ 800 ਦਾ ਦਿੱਤਾ। ਇਹਦੇ ਚ ਐਸੀ ਚੀਜ਼ ਕਿਹੜੀ ਹੈ? ਉਹੀ ਚੀਜ਼ ਤੁਸੀਂ ਬਾਹਰ ਕਿੱਲੇ 'ਚ ਖਲੋਤੀ ਪਾਉਂਦੇ ਹੋ ਮਾਲ ਨੂੰ, ਮਾਲ ਤੁਹਾਡੇ ਕੋਲ ਦੁੱਧ ਨਹੀਂ ਵੱਧਦਾ, ਮਾਲ ਤੁਹਾਡੇ ਕੋਲ ਸਿਹਤ ਨਹੀਂ ਵੱਧਦੀ। ਜਦੋਂ ਤੁਸੀਂ ਉਹਨੂੰ ਲੈ ਕੇ ਕੱਟ ਕੇ ਨੱਪ ਕੇ ਉਸ ਤੋਂ ਬਾਅਦ ਖਿਲਾਉਂਦੇ ਹੋ ਤੇ ਕਿਉਂ ਦੁੱਧ ਵੱਧਦਾ? ਇਹਦੇ ਬਾਰੇ ਤੁਹਾਡੇ ਜ਼ਿਹਨ 'ਚ ਕੀ ਖਿਆਲਾਤ ਨੇ ਕਿ ਕਿਉਂ ਇਹ ਕੰਮ ਹੁੰਦਾ? ਇਹਦੇ ਵਿੱਚ ਹੁਣ ਕੋਈ ਮਤਲਬ ਇਹ ਦੇਖੋ ਖਾਸ ਕਿਹੜੀ ਹਕਮਤ ਹੈ? ਬਾ ਜਿਹੜਾ ਇਹ ਉਹ ਬਣਿਆ ਹੈ ਇਹਦੇ ਵਿੱਚ ਛੱਲੀ ਕੁਤਰੀ ਜਾਂਦੀ ਹੈ। ਤੁਸੀਂ ਛੱਲੀ ਵੀ ਕੁਤਰ ਕੇ ਮਾਲ ਨੂੰ ਪਾਉਂਦੇ ਹੀ ਹੋ, ਉਹ ਨਹੀਂ, ਉਹ ਉਹਨਾਂ ਫਾਇਦਾ ਨਹੀਂ ਕਰਦੀ, ਉਹ ਨਹੀਂ ਕਰਦੀ। ਇਨਫੋਰਮੇਸ਼ਨ ਨਹੀਂ ਹੈ ਤੁਹਾਨੂੰ ਇਹਦੀ ਖਰਚ ਹੈ, ਇਹਦੀ ਇਨਫੋਰਮੇਸ਼ਨ ਮੈਂ ਤੁਹਾਨੂੰ ਦਿੰਦਾ। ਦੇਖੋ ਬੇਸਿਕਲੀ ਜਿਹੜਾ ਨਾ ਜਿਹੜੀ ਮੱਕੀ ਹੁੰਦੀ ਹੈ ਨਾ, ਸਾਈਲੇਜ ਜਿਹੜਾ ਨਾ ਪਹਿਲਾ ਨੰਬਰ ਦੇ ਉੱਤੇ ਇਹ ਦੇਖੀਏ ਅਸੀਂ ਸਾਈਲੇਜ, ਬੇਸਿਕਲੀ ਸਾਈਲੇਜ ਦੀ ਡੈਫੀਨੇਸ਼ਨ ਕੀ ਹੈ, ਸਾਈਲੇਜ ਹੁੰਦੀ ਕੀ ਚੀਜ਼ ਹੈ। ਸਾਈਲੇਜ ਤੁਸੀਂ ਹਰ ਉਸ ਚੀਜ਼ ਦਾ ਬਣਾ ਸਕਦੇ ਹੋ, ਸਿਰਫ ਮੱਕੀ ਦਾ ਨਹੀਂ, ਲੰਮੇ ਪੱਤੇ ਵਾਲੇ ਹਰ ਪੱਠੇ ਦਾ ਤੁਸੀਂ ਸਾਈਲੇਜ ਬਣਾ ਸਕਦੇ ਹੋ। ਜਵਾਰ ਦਾ ਵੀ ਸਾਈਲੇਜ ਬਣਾ ਸਕਦੇ ਹੋ, ਬਾਜਰੇ ਦਾ ਵੀ ਸਾਈਲੇਜ ਬਣਾ ਸਕਦੇ ਹੋ, ਮੱਕੀ ਦਾ ਵੀ ਸਾਈਲੇਜ ਬਣਾ ਸਕਦੇ ਹੋ, ਗੰਦਮ ਦਾ ਵੀ ਸਾਈਲੇਜ ਬਣਾ ਸਕਦੇ ਹੋ, ਸਾਰੀਆਂ ਚੀਜ਼ਾਂ ਦਾ ਸਾਈਲੇਜ ਤੁਸੀਂ ਬਣਾ ਸਕਦੇ ਹੋ। ਬੇਸਿਕਲੀ ਸਾਈਲੇਜ ਜਿਹੜਾ ਨਾ, ਇਹਦੇ ਅੰਦਰ ਜਿਹੜਾ ਦਾਣਾ ਹੁੰਦਾ ਹੈ ਨਾ, ਉਹਨੂੰ ਸਟੋਰ ਕਰਨ ਦਾ ਨਾਮ ਸਾਈਲੇਜ ਹੈ। ਟਾਂਡਾ ਸਟੋਰ ਕਰਨ ਦਾ ਨਾਮ ਸਾਈਲੇਜ ਹੈ। ਪਾਕਿਸਤਾਨ ਦੇ ਵਿੱਚ ਕੁਝ ਕੰਪਨੀਆਂ ਐਸੀਆਂ ਵੀ ਹਨ ਜਿਹੜੀਆਂ ਸਾਈਲੇਜ ਸੇਲ ਕਰਦੀਆਂ ਨੇ, ਜਿਹੜੀਆਂ ਸਾਈਲੇਜ 1 ਨੰਬਰ ਬਣਾਉਂਦੀਆਂ, ਤੇ ਕੁਝ ਕੰਪਨੀਆਂ ਐਸੀਆਂ ਵੀ ਹਨ ਜਿਹੜੀਆਂ ਅਗਰ 10 ਲਾਈਨਾਂ ਨੇ ਨਾ ਕਿੱਲੇ ਦੇ ਅੰਦਰ, 5 ਲਾਈਨਾਂ ਦਾ ਛੱਲੀ ਤੋੜ ਲੈਂਦੇ ਨੇ ਤੇ 5 ਲਾਈਨਾਂ ਦੀ ਛੋਟ ਤੋੜ ਕੇ ਤੇ 5 ਲਾਈਨਾਂ ਦੀ ਇਸੇ ਤਰ੍ਹਾਂ, ਜਾਂ ਫਿਰ ਇਸ ਤਰ੍ਹਾਂ ਕਰਦੇ ਨੇ 1 ਕਿੱਲੇ ਦੀ ਤੋੜ ਲਈ ਤੇ 1 ਕਿੱਲੇ ਦੀ ਸਮੇਤ ਜਿਹੜਾ ਨਾ ਕੁੱਤਰ ਦਿੱਤੀ। ਸਾਡੀ ਮਕਈ ਥੋੜੀ ਜਿਹੀ ਛੱਲੀ ਬਣੀ। ਹੁਣ ਉਹਦੇ 'ਚ ਫਾਇਦਾ ਕੀ ਹੁੰਦਾ ਹੈ? ਬੇਸਿਕਲੀ ਫਾਇਦਾ ਕਰਦੀ ਕਿਹੜੀ ਚੀਜ਼ ਹੈ? ਕੋਈ ਵੀ ਦਾਣਾ ਹੈ ਨਾ, ਅਸੀਂ ਚੁੱਕ ਮੱਕੀ ਦਾ ਬਣਾਉਂਦੇ ਹਾਂ, ਮੱਕੀ ਤੇ ਡਿਸਕਸ ਕਰਦੇ ਹਾਂ। ਮੱਕੀ ਦਾ ਸਾਈਲੇਜ ਜਿਹੜਾ ਨਾ, ਉਹਦੇ ਅੰਦਰ ਜਿਹੜਾ ਦਾਣਾ ਹੈ ਨਾ, ਉਸ ਦਾਣੇ ਤੇ ਇੱਕ ਉਮਰ ਆਉਂਦੀ ਹੈ ਜਿਹੜੀ ਸਿਰਫ 15 ਦਿਨ ਹੁੰਦੀ ਹੈ। ਉਹਦੇ 'ਚ ਉਹਨੂੰ ਕਹਿੰਦੇ ਅਸੀਂ ਦੋਧੀਆ ਸਟੇਜ, ਦੋਧੀਆ ਉਮਰ। ਉਹਦੇ 'ਚ ਜਦੋਂ ਤੁਸੀਂ ਉਹ ਦੋਧੀਆ ਉਮਰ ਵੈਸੇ ਵੀ ਕੱਟ ਕੇ ਮਾਲ ਨੂੰ ਪਾਓਗੇ ਨਾ, ਤੇ ਮਾਲ ਸਾਈਲੇਜ ਜਿੰਨਾ ਹੀ ਕੰਮ ਕਰੇਗਾ, ਸਾਈਲੇਜ ਜਿੰਨਾ ਹੀ ਮੱਝ ਕੰਮ ਕਰੇਗੀ। ਲੇਕਿਨ ਅਸੀਂ, ਸਾਡੀ ਕੀ ਰੂਟੀਨ ਹੈ, ਜਾਂ ਅਸੀਂ ਉਹ ਦਾਣੇ ਨੂੰ ਦੋਧੀਆ ਸਟੇਜ 'ਚ ਪਹੁੰਚਣ ਤੋਂ ਪਹਿਲੇ ਮਾਲ ਨੂੰ ਖਿਲਾ ਦਿੰਦੇ ਆ, ਤੇ ਜਾਂ ਅਸੀਂ ਸੁਕਾ ਕੇ ਮਾਲ ਨੂੰ ਖਵਾਉਂਦੇ। ਠੀਕ ਹੈ। ਹੁਣ ਗੋਰੇ ਨੇ ਕੀ ਕੀਤਾ? ਗੋਰੇ ਨੇ ਕਿਹਾ ਇਸ 15 ਦਿਨਾਂ 'ਚ ਮੈਂ ਕਿਸ ਤਰ੍ਹਾਂ ਸਾਰਾ ਸਿਸਟਮ ਚਲਾਵਾਂ। ਉਹਨੇ ਕੱਟਿਆ, ਕੱਟ ਕੇ ਉਹਨੇ ਕੁਤਰ ਕੇ ਉਹਨੇ ਨੱਪ ਦਿੱਤਾ, ਨੱਪਿਆ, ਨੱਪਣ ਤੋਂ ਬਾਅਦ ਉਹਨੇ ਖੋਲਿਆ, ਇਹਦੀ ਹੋ ਗਈ ਫਰਮੈਂਟੇਸ਼ਨ। ਤੁਸੀਂ ਜਾਨਵਰ ਨੂੰ ਖੁਰਾਕ ਖਵਾਉਂਦੇ ਹੋ, ਬਾਹਰੋਂ ਡਾਇਰੈਕਟ ਵੱਢ ਕੇ ਕੁਤਰ ਕੇ ਮਾਲ ਦੇ ਅੱਗੇ ਸੁੱਟਦੇ ਹੋ, ਮਾਲ ਉਸ ਖੁਰਾਕ ਨੂੰ ਚੁੱਕਦਾ, ਮਾਲ ਖਾ ਜਾਂਦਾ। ਖਾਣ ਤੋਂ ਬਾਅਦ ਮਾਲ ਉਹਦੇ ਨਾਲ ਆਪਣਾ ਪ੍ਰੋਸੈਸ ਚਲਾਉਂਦਾ, ਮਤਲਬ ਉਹਨੂੰ ਪੂਰੀ ਦੀ ਪੂਰੀ ਹਜ਼ਮ ਕਰਨੀ ਪੈਂਦੀ ਹੈ ਉਹ ਚੀਜ਼। ਮਿਸਾਲ ਹੈ ਸਟਾਲਾ ਹੈ, ਜਵਾਰ ਹੈ, ਮੱਕੀ ਹੈ, ਬਾਜਰਾ, ਜਿਹੜਾ ਵੀ ਪੱਠਾ ਵੱਢ ਕੇ ਤੁਸੀਂ ਕੁਤਰ ਕੇ ਪਾਉਂਦੇ ਹੋ, ਇਹਨੂੰ ਜ਼ੀਰੋ ਤੋਂ ਹਜ਼ਮ ਕਰਨਾ ਪੈਂਦਾ ਹੈ ਮਾਲ ਨੂੰ। ਸਾਈਲੇਜ ਜੋ ਚੀਜ਼ ਹੈ, ਜਦੋਂ ਤੁਸੀਂ ਨੱਪ ਦਿੰਦੇ ਹੋ ਨਾ, 50% ਦੇ ਬਾਹਰ ਹੀ ਹਜ਼ਮ ਹੋ ਚੁੱਕਿਆ ਹੁੰਦਾ। ਇਹਨੂੰ ਹਜ਼ਮ ਕਰਨ ਵਾਸਤੇ ਜਾਨਵਰ ਨੂੰ 50% ਤਾਕਤ ਲਾਉਣੀ ਪੈਂਦੀ ਹੈ। ਜਿੱਥੇ ਤੁਸੀਂ 100% ਤਾਕਤ ਲਾਣੀ ਹੈ, ਉੱਥੇ ਤੁਹਾਡੇ ਜਿਸਮ ਚੋਂ ਜ਼ਿਆਦਾ ਤਾਕਤ ਨਿਕਲਣੀ ਵੀ ਹੈ। ਜਿੱਥੇ ਤੁਸੀਂ 50% ਤਾਕਤ ਲਾਣੀ ਹੈ ਤੇ ਤੁਹਾਨੂੰ 100% ਤਾਕਤ ਮਿਲਣੀ 50% ਲਾ ਕੇ, ਇਹਦਾ ਮਤਲਬ ਹੈ ਤੁਸੀਂ ਮੋਟਿਆਂ ਵੀ ਹੋਣਾ, ਤੁਹਾਡੇ ਜਿਸਮ 'ਚ ਤਾਕਤ ਵੀ ਆਣੀ ਹੈ, ਤੇ ਜਿਹੜੀਆਂ ਲਿਆਰੀਆਂ ਉਹਨਾਂ ਨੇ ਦੁੱਧ ਵੀ ਵਧਾਣੀਆਂ ਨੇ। ਬੇਸਿਕਲੀ ਇਹਦਾ ਨਾਂ ਸਾਈਲੇਜ ਹੈ। ਠੀਕ ਹੈ। ਅਸੀਂ, ਮੈਂ ਕਹਿੰਦਾ ਜਿੰਨੀ ਵੀ ਅਸੀਂ ਤਰੱਕੀ ਕਰ ਜਾਈਏ ਨਾ, ਜਿੰਨੀ ਵੀ ਤਰੱਕੀ ਕਰਦੀ ਹੈ, ਜਿੰਨੀ ਦੇਰ ਤੱਕ ਤੁਹਾਨੂੰ ਇਨਫੋਰਮੇਸ਼ਨ ਚੀਜ਼ ਦੀ ਨਹੀਂ ਨਾ ਹੈ, ਤੁਹਾਨੂੰ ਤੁਸੀਂ ਕਦੀ ਵੀ ਮੇਰੇ ਅੰਦਾਜ਼ੇ ਨਾਲ ਮੈਂ ਸਮਝਦਾ ਕਿ ਤੁਸੀਂ ਅਗਰ ਫਾਰਮ ਦੇ ਉੱਤੇ 20 ਲੀਟਰ ਦੀ ਐਵਰੇਜ ਦੀ ਮੱਝ ਕੋ ਲੈ ਲਓ ਨਾ, ਤੁਹਾਨੂੰ ਸਮਝ ਨਹੀਂ ਨਾ ਹੈ ਕਿ ਕਿਸ ਤਰ੍ਹਾਂ 20 ਲੀਟਰ ਪੈਦਾ ਕਰ ਲਿਆ ਮੈਂ, ਤੁਸੀਂ ਕਦੀ ਵੀ ਨਹੀਂ ਅਗਲੇ ਜਾਨਵਰ ਦਾ ਪੈਦਾ ਕਰ ਸਕਦੇ। ਦੇਖੋ ਨਾ, ਫਾਰਮ ਤੇ 10 ਡੰਗਰ ਖੜੇ ਹੋਣ, 10 ਦੇ 10 ਡੰਗਰ 20 ਕਿਲੋ ਦੁੱਧ ਤੇ ਨਹੀਂ ਦਿੰਦੇ ਐਵਰੇਜ, ਵਿੱਚੋਂ ਚੰਦ ਇੱਕ ਮੱਝਾਂ ਹੁੰਦੀਆਂ ਨੇ ਨਾ। ਤੁਹਾਨੂੰ ਉਹ ਚੰਦ ਇੱਕ ਦੀ ਪਹਿਚਾਣ ਹੋਣੀ ਬੜੀ ਜ਼ਰੂਰੀ ਹੈ। ਤੁਸੀਂ ਜਦੋਂ ਮਾਰਕੀਟ 'ਚ ਖਰੀਦਣ ਦਾ, ਤੁਸੀਂ ਚੰਦ ਇੱਕ ਮੱਝੀ ਦੇ ਉੱਤੇ ਕੰਮ ਕਰੋ।
ਫਿਰ ਤੁਸੀਂ ਲਿਆ ਕੇ ਆਪਣੇ ਕੋਲ 20 ਕਿਲੋ ਦੀ ਐਵਰੇਜ ਬਣਾ ਸਕਦੇ ਹੋ। ਫਿਰ ਦੂਸਰੇ ਨੰਬਰ ਤੇ ਜਿਹੜੀ ਤੁਸੀਂ ਮੱਝ ਖਰੀਦ ਕਰਕੇ ਲਿਆਣੀ ਹੈ ਉਹਦੀ ਜ਼ਰੂਰਤਾਂ ਕੀ ਨੇ। ਮਿਸਾਲ ਹੈ ਉਹ ਦੁੱਧ ਦੇ ਵਿੱਚੋਂ ਕਿੰਨੀ ਪ੍ਰੋਟੀਨ ਦੇ ਰਹੀ ਹੈ, ਕਿੰਨੀ એનર્ਜੀ ਦੇ ਰਹੀ ਹੈ, ਕਿੰਨੀ ਫੈਟ ਦੇ ਰਹੀ ਹੈ, ਕਿੰਨੇ ਮਿਨਰਲ ਵਿਟਾਮਿਨਸ ਦੇ ਰਹੀ ਹੈ, ਕਿੰਨਾ ਦੁੱਧ ਪੈਦਾ ਕਰ ਰਹੀ ਹੈ 24 ਘੰਟਿਆਂ 'ਚ, ਕਿੰਨਾ ਜਿਸਮ ਨਿਚੋੜਦੀ ਪਈ ਹੈ। ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਣਾ। ਫਿਰ ਉਸ ਤੋਂ ਬਾਅਦ ਉਹਦੀ ਖੁਰਾਕ ਦਾ ਇੰਤਖਾਬ ਕਰਨਾ। ਫਿਰ ਉਹਨੂੰ ਤੁਸੀਂ ਉਹਦੇ ਜ਼ਰੂਰਤ ਦੇ ਮੁਤਾਬਕ ਮੁਤਵਾਜ਼ਨ ਖੁਰਾਕ ਦੇਣੀ ਹੈ ਤੇ ਉਹਨੇ ਆਪਣਾ ਵਜ਼ਨ ਵੀ ਵਧਾਉਣਾ ਤੇ ਦੁੱਧ ਵੀ ਵਧਾਉਣਾ। ਸਾਇਲਜ ਆਇਆ ਹੈ ਤੇ ਲੋਕਾਂ ਦੇ ਕੋਲ ਲਿਆਰੇ ਡੰਗਰ ਮੋਟੇ ਹੋਏ ਨੇ। ਲੋਕਾਂ ਨੂੰ ਇਸ ਗੱਲ ਦੀ ਸਮਝ ਆ ਗਈ ਸਾਇਲਜ। ਮੈਂ ਮੰਡੀ ਆਇਆ 2017 ਦੇ ਵਿੱਚ। 2017 ਤੋਂ ਪਹਿਲੇ ਮੈਂ ਲੋਕਾਂ ਨੂੰ ਜ਼ੇਨ ਦਿੱਤਾ ਸਾਇਲਜ ਦਾ ਕਿ ਸਾਇਲਜ ਪਾਇਆ ਕਰੋ, ਮਾਲ ਨੂੰ ਫਾਇਦੇ ਲਈ ਆਈਟਮ ਹੈ। ਜ਼ਿਮੀਦਾਰਾਂ ਨੇ ਉਸ ਟਾਈਮ ਕਿਹਾ ਜੀ ਇਹ ਕੋਈ ਪੱਠਾ ਹੈ, ਇਹ ਕੋਈ ਚੰਗੀ ਚੀਜ਼ ਹੈ, ਨਹੀਂ ਹੁਣ ਹਰ ਬੰਦਾ ਚੰਗੇ ਭਲੇ ਸਾਵੇ ਅਸੀਂ ਵੱਢ ਕੇ ਪਾਉਂਦੇ ਆ। ਤੇ ਮੈਂ ਜ਼ਿਮੀਦਾਰਾਂ ਨੇ ਇਹ ਗੱਲ ਕਹੀ ਸੀ, ਮੈਂ ਕਿਹਾ ਇਨਸ਼ਾਅੱਲਾ ਮੈਂ ਮਿਹਨਤ ਕਰਨੀ ਤੁਹਾਡੀ ਵਜ੍ਹਾ ਤੋਂ ਨਹੀਂ ਛੱਡਣੀ। ਅੱਲਾ ਦੇ ਹੁਕਮ ਨਾਲ ਇੱਕ ਦਿਨ ਤੁਸੀਂ ਆਪ ਵੀ ਪਾਓਗੇ। ਅੱਜ ਪਾ ਰਹੇ ਨੇ। ਮੰਡੀ ਜ਼ਿਲ੍ਹੇ ਦੇ ਵਿੱਚ ਤਕਰੀਬਨ ਕੋਈ 40-45% ਲੋਕ ਆਪਣੇ ਆਪ ਨੂੰ ਸਾਇਲਜ ਵਾਲੇ ਪਾਸੇ ਲੈ ਕੇ ਆਏ। ਪਿਛਲੇ ਸਾਲ ਅਸੀਂ ਲਾਇਆ ਨਾ, ਨਹੀਂ ਇਹ ਪੱਠਾ ਰਲਦਾ ਹੀ ਨਹੀਂ। 2 ਸਾਲ 4 ਲਾਇਆ ਨਾ, ਇਤਕੀ 14 ਰੁਪਏ ਦਾ 2-3 ਕਿਲੋ ਹੋਰ ਕਿ 7 ਕਿਲੋ की कोठा भरो। ਮੈਂ ਤੁਹਾਨੂੰ ਉਸ ਦਾ ਸਾਰਾ ਤਰੀਕਾਕਾਰ ਸਮਝਾਣਾ। ਹੁਣ ਦੇਖੋ ਨਾ, ਜਿਹੜੀ ਸਾਡੀ ਰੂਟੀਨ ਦੀ ਡਿਸਕਸ ਹੋ ਰਹੀ, ਪਹਿਲੇ ਥੋੜੀ ਜਿਹੀ ਉਹ ਕਰੀਏ ਫਿਰ ਇਹਦੇ ਉੱਤੇ ਡਿਸਕਸ ਕਰਦੇ ਅਗਲੀ। ਦੇਖੋ ਚੀਜ਼ ਇਹ ਹੈ ਕਿ ਉਸ ਟਾਈਮ ਜ਼ਿਮੀਦਾਰਾਂ ਦੇ ਕੋਲ ਮਾਲ ਜਿਹੜਾ ਨਾ ਦੁੱਧ ਦੇਣ ਵਾਲਾ ਹਿੱਸਾ ਹੋ ਜਾਂਦਾ ਸੀ। ਮੈਂ ਜ਼ਿਮੀਦਾਰ ਨੂੰ ਕਹਿੰਦਾ ਸੀ ਜੀ ਮੱਝ ਕਿਉਂ ਲਿੱਸੀ ਹੋਈ ਹੈ, ਤੇ ਜ਼ਿਮੀਦਾਰ ਕਹਿੰਦਾ ਸੀ ਜੀ ਅੱਜ ਕੱਲ ਪੱਠਾ ਕੋਈ ਨਹੀਂ ਚੰਗਾ, ਨਾ ਤਾਕਤ ਵਾਲਾ ਨਾ ਪੱਠਾ ਹੈ, ਠੀਕ ਹੈ ਬੋਈ ਤੇ ਪਾ ਰਹੇ ਆ, ਜਾਂ ਮਾੜਾ ਚੰਗਾ ਕੋਈ ਪੱਠਾ ਹੈ ਵਿੱਚ ਸਿਰਫ ਬੋ ਨੂੰ ਢੱਕਣ ਵਾਸਤੇ ਅਸੀਂ ਉਹ ਪਾਉਂਦੇ ਆ। ਦੂਸਰੇ ਨੰਬਰ ਤੇ ਉਹਨੇ ਕਹਿਣਾ ਜਾਂ ਮੁਲਾਜ਼ਮ ਦਾ ਮਸਲਾ ਜੀ, ਮੁਲਾਜ਼ਮ ਨਹੀਂ ਦੇ ਦਿੰਦੇ ਆ ਸਾਡੇ ਕੋਲ, ਠੀਕ ਹੈ ਜੀ ਮੁਲਾਜ਼ਮ ਦੌੜ ਗਿਆ। ਤੀਸਰੇ ਨੰਬਰ ਤੇ ਜੀ ਮੌਸਮ ਚੰਗਾ ਨਹੀਂ ਹੈ, ਤੇ ਚੌਥੇ ਨੰਬਰ ਤੇ ਮੱਝ ਲਿਆ। 4 ਹੀ ਮਸਲੇ। ਲੋ ਜੀ ਉਸ ਟਾਈਮ ਤੇ ਉਹੀ ਜਾਨਵਰ ਕਮਜ਼ੋਰ ਹੋ ਰਿਹਾ ਸੀ, ਉਹਨੂੰ ਅੱਜ ਤੁਸੀਂ ਮਤਵਾਜ਼ਨ ਖੁਰਾਕ ਬਣਾ ਕੇ ਦਿੱਤੀ ਸਾਇਲਜ ਦੀ ਸ਼ਕਲ 'ਚ, ਉਹੀ ਮੱਝ ਮੋਟੀ ਹੋਣ ਲੱਗ ਗਈ। ਜੇ ਆਪਣੀ ਜ਼ਿੱਦ ਅਸੀਂ ਅੱਜ ਤੋਂ 8 ਸਾਲ ਪਹਿਲੇ ਛੱਡ ਕੇ ਕੰਮ ਸ਼ੁਰੂ ਕਰ ਲੈਂਦੇ, ਤੇ ਜਿਹੜੀ 8 ਸਾਲ ਬਾਅਦ ਅਸੀਂ ਤਰੱਕੀ ਕੀਤੀ ਉਹ 8 ਸਾਲ ਪਹਿਲੇ ਨਹੀਂ ਸੀ ਹੋ ਸਕਦੀ। ਕਰ ਤੋਂ ਅਸੀਂ ਕਹਿੰਦੇ ਕਿ ਗੋਰੇ ਤੋਂ ਅਸੀਂ ਪਿੱਛੇ ਰਹਿ ਗਏ ਹਾਂ। ਉਸ ਸਭ ਨਾਲ ਵੱਡੀ ਵਜ੍ਹਾ ਇਹ ਹੈ ਕਿ ਅਸੀਂ ਜਾਨਵਰ ਨੂੰ ਦਿੱਤੀ ਜਾਣ ਵਾਲੀ ਖੁਰਾਕ ਜਿਹੜੀ ਬਿਹਤਰ ਫਾਇਦਾ ਵੀ ਦਿੰਦੀ ਹੈ ਨਾ, ਸਾਨੂੰ ਉਹਦੀ ਸਮਝ ਨਹੀਂ ਆਉਂਦੀ। ਅੱਜ ਤੁਸੀਂ ਵੰਡਾ ਪਾ ਰਹੇ ਹੋ ਡੇਰੀ ਲਾਈਫ ਦਾ, ਠੀਕ ਹੈ, ਹੁਣ 100 ਤੁਹਾਡੇ ਕੋਲ ਜਾਨਵਰ ਹੈ। ਦੇਖੋ ਨਾ, ਕੱਲ ਨੂੰ ਕਿ ਕੋਈ ਵੀ ਬੰਦਾ ਤੁਹਾਡੇ ਕੋਲ ਕੰਪਨੀ ਕਿਸੇ ਹੋਰ ਦਾ ਹੁੰਦਾ, ਉਹ ਕਹਿੰਦਾ ਜੀ ਮੇਰਾ ਵੰਡਾ ਚੰਗਾ ਤੁਸੀਂ ਪਾਓ, ਠੀਕ ਹੈ। ਜਿੰਨੀ ਦੇਰ ਤੱਕ ਤੁਹਾਨੂੰ ਵੰਡੇ ਦੀ ਨਿਊਟ੍ਰੀਸ਼ਨ ਵੈਲਿਊ ਦਾ ਨਹੀਂ ਪਤਾ ਹੋਏਗਾ ਨਾ, ਤੁਸੀਂ ਕਦੀ ਵੀ ਨਹੀਂ ਉਹਦਾ ਵੰਡਾ ਪਾ ਸਕਦੇ। ਤੁਸੀਂ ਉਹਦੀ ਗੱਲ ਤੇ ਪਾਓਗੇ ਤੁਹਾਡੇ ਕੋਲ ਦੁੱਧ ਉੱਡ ਜਾਏਗਾ। ਮੈਂ ਕਹਿੰਦਾ ਜੀ ਜਿਸ ਬੰਦੇ ਕੋਲ ਗੱਡੀ ਦਾ ਇਲਮ ਹੈ ਨਾ, ਮਿਸਾਲ ਹੈ ਮੇਰੇ ਕੋਲ 1500 ਸੀਸੀ ਗੱਡੀ ਹੈ, ਜਿਹਦੇ ਕੋਲ 1200 ਸੀਸੀ ਗੱਡੀ ਹੈ, 1200 ਦਾ 1500 ਦਾ ਮੁਕਾਬਲਾ ਹੋ ਸਕਦਾ? ਕਦੀ ਵੀ ਨਹੀਂ ਹੋ ਸਕਦਾ। ਇੰਜਨ ਵੱਡਾ ਨਿੱਕਾ। ਦੂਸਰੇ ਨੰਬਰ ਤੇ ਚੀਜ਼ ਆ ਜਾਂਦੀ ਹੈ ਕਿ ਤੁਸੀਂ ਜਿਹੜੀ ਚੀਜ਼ ਇਸਤੇਮਾਲ ਕਰ ਰਹੇ ਹੋ ਤੁਹਾਨੂੰ ਉਸ ਚੀਜ਼ ਦਾ ਨੌਲੇਜ ਹੋਣਾ ਚਾਹੀਦਾ। ਉਹਦੇ 'ਚ ਪ੍ਰੋਟੀਨ ਕਿੰਨੀ ਹੈ, ਕਿੰਨੀ ਪ੍ਰੋਟੀਨ ਤੇ ਮਾਲ ਕਿੰਨਾ ਦੁੱਧ ਪੈਦਾ ਕਰ ਸਕਦਾ ਹੈ, ਉਹਦੇ 'ਚ એનર્ਜੀ ਕਿੰਨੀ ਹੈ, ਕਿੰਨੀ એનર્ਜੀ ਤੇ ਕਿੰਨਾ ਦੁੱਧ ਪੈਦਾ ਕਰ ਸਕਦਾ, ਕਿੰਨਾ ਵਜ਼ਨ ਵਧਾ ਸਕਦਾ ਹੈ, ਫੈਟ ਕਿੰਨੀ ਹੈ, ਫੈਟ ਦੇ ਨਾਲ ਕਿੰਨੀ ਦੁੱਧ ਦੇ ਉੱਤੇ ਫੈਟ ਜ਼ਿਆਦਾ ਹੋ ਸਕਦੀ ਹੈ, ਕਿੱਦਾਂ ਮੱਝ ਫਰਬਾ ਹੋ ਸਕਦੀ। ਇਹ ਸਾਰੀਆਂ ਚੀਜ਼ਾਂ ਦਾ ਇਲਮ ਹੋਣਾ ਬੜਾ ਜ਼ਰੂਰੀ ਹੈ। ਅਗਰ ਤੁਹਾਨੂੰ ਇਲਮ ਆ ਜਾਏਗਾ ਨਾ, ਤੇ ਮੈਂ 100% ਕਹਿਣ ਨੂੰ ਤਿਆਰ ਹਾਂ, ਤੁਸੀਂ ਕੋਈ ਵੀ ਵੰਡਾ ਨਵਾਂ ਸ਼ੁਰੂ ਕਰਕੇ ਆਪਣਾ ਮਾਲ ਦਾ ਨੁਕਸਾਨ ਕਰਨ ਨਾਲੋਂ ਬਿਹਤਰ ਸਮਝੋਗੇ ਕਿ ਜਿਹੜੀ ਚੀਜ਼ ਅਸੀਂ ਪਾ ਰਹੇ ਹਾਂ ਉਹ ਠੀਕ ਹੈ। ਤੁਹਾਨੂੰ ਜਦੋਂ ਇਲਮ ਹੋ ਜਾਏਗਾ ਨਾ ਕਿ ਇੱਕ ਚੀਜ਼ ਦੇ ਵਿੱਚ ਤਾਕਤ ਹੈ, ਮਿਸਾਲ ਹੈ ਕਿ ਇੱਕ ਚੀਜ਼ 100% ਤਾਕਤ ਹੈ, ਜਿਹੜੀ ਦੂਸਰੀ ਚੀਜ਼ ਸਾਡੇ ਕੋਲ ਕੋਈ ਬੰਦਾ ਲੈ ਕੇ ਆਇਆ ਉਹ ਤਾਕਤ ਹੈ 80%, ਤੇ ਤੁਸੀਂ ਪਾਓਗੇ। ਤੁਸੀਂ ਉਦੋਂ ਹੀ ਪਾਓਗੇ ਜਦੋਂ ਤੁਹਾਨੂੰ ਇਲਮ ਹੋਏਗਾ ਕਿ ਤੁਹਾਡੀ 100% ਹੈ ਤੇ ਇਹਦੀ 120% ਹੈ। ਅਸੀਂ 100% ਤੇ ਖੜੇ ਆ ਨਾ, ਇਹਦਾ ਮਤਲਬ ਸਾਡੇ ਮਾਲ ਦੀ ਅਸੀਂ ਸਾਰੀ ਰਿਕੁਆਇਰਮੈਂਟ ਪੂਰੀ ਕਰ ਰਹੇ ਹਾਂ। ਸਾਡੇ ਕੋਲ ਮਾਲ ਦੁੱਧ ਚੰਗਾ ਕਰ ਰਿਹਾ। ਅਗਰ ਦੁੱਧ ਮਿਸਾਲ ਹੈ ਸਾਡੇ ਮਾਲ ਦੀ ਕਪੈਸਿਟੀ ਹੈ 15 ਕਿਲੋ ਕਰਨ ਦੀ, ਸਾਡਾ ਮਾਲ ਦੇ ਰਿਹਾ ਦੁੱਧ 8 ਕਿਲੋ। ਉਹਦੇ 'ਚ ਇਹ ਨਹੀਂ ਕਿ ਖੁਰਾਕ ਮਾੜੀ ਹੈ, ਉਹਦੇ 'ਚ ਇਹ ਹੈ ਕਿ ਖੁਰਾਕ ਪੂਰੀ ਨਹੀਂ ਹੈ। ਪਿੰਡ ਦੇ ਵਿੱਚੋਂ ਮੱਝ ਜਾਂਦੀ ਸ਼ਹਿਰ ਦੇ ਵਿੱਚ, ਪਿੰਡ 'ਚ ਜਿਹੜੀ ਮੱਝ 8 ਕਿਲੋ ਦੁੱਧ ਦੇ ਰਹੀ ਹੁੰਦੀ, ਸ਼ਹਿਰ 'ਚ ਜਾ ਕੇ 12, 14, 15 ਕਿਲੋ ਕਰ ਜਾਂਦੀ। ਕੀ ਵਜ੍ਹਾ ਇਹਦੇ ਪਿੱਛੇ? ਤੁਸੀਂ ਪੱਠੇ ਪਾਉਂਦੇ ਹੋ ਮੱਝ ਨੂੰ 50, 60 ਕਿਲੋ, ਉਹਦੇ ਨਾਲ ਪੇਟ ਭਰਦੇ ਹੋ। ਮੈਂ ਤੂੜੀ ਪਾਣਾ 7 ਕਿਲੋ, 6 ਕਿਲੋ 24 ਘੰਟਿਆਂ 'ਚ। ਤੁਸੀਂ ਵੰਡਾ ਪਾਉਂਦੇ ਹੋ 2 ਕਿਲੋ, ਮੈਂ ਵੰਡਾ ਪਾਣਾ 8 ਕਿਲੋ ਮੱਝ ਨੂੰ। ਜਦੋਂ ਮੱਝ ਦੀ ਖੁਰਾਕ ਮੈਂ ਪੂਰੀ ਕਰ ਲਈ ਹੈ, ਜਿਹੜੀ ਖੁਸ਼ਕ ਖੁਰਾਕ ਉਹਦੀ ਜ਼ਰੂਰਤ ਹੈ ਉਹ ਪੂਰੀ ਕਰ ਲਈ ਹੈ, ਮੇਰੇ ਕੋਲ ਮੱਝ ਨੇ ਦੁੱਧ ਵੀ ਜ਼ਿਆਦਾ ਕਰ ਜਾਣਾ ਹੈ, ਮੇਰੇ ਕੋਲ ਮੱਝ ਨੇ ਮੋਟੀ ਵੀ ਹੋਣ ਲੱਗ ਜਾਣਾ ਹੈ। ਤੁਸੀਂ ਮੈਨੂੰ ਇਹ ਗੱਲ ਦੱਸੋ, ਸਾਡੇ ਪਾਕਿਸਤਾਨ ਦੇ ਵਿੱਚ ਜਿੰਨੇ ਵੀ ਕਮਰਸ਼ੀਅਲ ਫਾਰਮ ਹੈ ਨੇ ਜਾਂ ਕਾਰਪੋਰੇਟ ਡੇਅਰੀਆਂ ਨੇ, ਉਸ ਡੇਅਰੀ ਦੇ ਉੱਤੇ ਗਾਂ ਜਿਹੜੀ ਹੈ ਉਹ 40 ਲੀਟਰ ਦੁੱਧ ਪੈਦਾ ਕਰ ਰਹੀ ਹੁੰਦੀ ਹੈ। ਉੱਤੇ ਬਿਮਾਰੀਆਂ ਵੀ ਘੱਟ ਹੁੰਦੀਆਂ, ਗਰਮੀ ਦੇ ਮੌਸਮ 'ਚ ਘੱਟ ਕਰ ਰਹੀ ਹੁੰਦੀ ਹੈ, ਉਹ ਦੁੱਧ ਵੀ ਜ਼ਿਆਦਾ ਪੈਦਾ ਕਰ ਰਹੀ ਹੁੰਦੀ ਹੈ। ਸਾਡੇ ਕੋਲ 6 ਕਿਲੋ ਵਾਲੀ ਗਾਂ ਜਾਂ ਮੱਝ ਹੁੰਦੀ ਹੈ, ਉਹ ਗਰਮੀ ਵੀ ਜ਼ਿਆਦਾ ਕਰ ਰਹੀ ਹੁੰਦੀ ਹੈ, ਉਹ ਦੁੱਧ ਵੀ ਨਹੀਂ ਦੇ ਰਹੀ ਹੁੰਦੀ, ਉਹ ਜਨਾਬ ਬੈਟ ਦੀ ਐਂਡ ਸਾਡੇ ਕੋਲ ਜ਼ਾਇਆ ਵੀ ਹੋ ਜਾਂਦੀ ਹੈ। ਮੈਂ ਛੋਟੀ ਜੀ ਗੱਲ ਕਰਾਂ ਨਾ, ਪੂਰੇ ਪਾਕਿਸਤਾਨ ਦੇ ਵਿੱਚ
ਗਰਮੀ ਦੀ ਵਜ੍ਹਾ ਤੋਂ ਜਾਨਵਰਾਂ ਦੀ ਮਰਨ ਦੀ ਰੇਸ਼ੋ ਜਿਹੜੀ ਹੈ ਨਾ, ਤੁਹਾਡੇ ਅਗਰ ਮੰਡੀ ਜ਼ਿਲ੍ਹੇ ਦੀ ਗੱਲ ਕਰੀਏ ਨਾ ਅਸੀਂ, ਤੇ ਇੱਕ ਪਿੰਡ ਦੇ ਵਿੱਚ ਕਮ ਸੇ ਕਮ ਗਰਮੀ ਦੀ ਵਜ੍ਹਾ ਤੋਂ 5 ਤੋਂ 6 ਗਾਵਾਂ ਹਰ ਸਾਲ ਮਰਦੀਆਂ ਨੇ ਇੱਕ ਪਿੰਡ 'ਚ। ਚੋਖੀਆਂ ਮਰਦੀਆਂ ਇੱਕ ਪਿੰਡ 'ਚ ਤੁਸੀਂ ਅੰਦਾਜ਼ਾ ਲਾਓ 1000 ਪਿੰਡ ਵੀ ਤੁਹਾਡੇ ਕੋਲ ਹੋਵੇ ਤੇ ਕਿੰਨੀਆਂ ਗਾਵਾਂ ਗਰਮੀ ਦੀ ਵਜ੍ਹਾ ਤੋਂ ਮਰਦੀਆਂ ਨੇ। ਕਿਉਂ ਨਹੀਂ ਅਸੀਂ ਜ਼ਿੱਦ ਛੱਡਦੇ? ਲੋਕ ਕਹਿੰਦੇ ਨੇ ਨਵਾਉਣੀ ਨਹੀਂ ਚਾਹੀਦੀ ਗਾਂ, ਪੱਖੇ ਥੱਲੇ ਨਹੀਂ ਬੰਨਣੀ ਚਾਹੀਦੀ ਗਾਂ, ਠੀਕ ਹੈ। ਇਹ ਸਾਰੀਆਂ ਸਾਡੀਆਂ ਰੂਟੀਨ ਦੀਆਂ ਪ੍ਰੈਕਟਿਸਿਸ ਗਲਤ ਨੇ। ਪੁਰਾਣਾ ਡਾਕਟਰ ਜਿਹੜਾ ਮਾਰਕੀਟ 'ਚ, ਮੈਂ ਡਾਕਟਰ ਹਾਂ, ਪੁਰਾਣਾ ਡਾਕਟਰ ਜਿਹੜਾ ਮਾਰਕੀਟ 'ਚ ਕੰਮ ਕਰ ਰਿਹਾ, ਤੁਸੀਂ ਮੈਨੂੰ ਇੰਨੀ ਕੁ ਗੱਲ ਦੱਸੋ ਕਿ ਅੱਜ ਤੋਂ 20 ਸਾਲ ਪਹਿਲੇ, ਚਾਚਾ ਜੀ ਤੁਸੀਂ ਦੱਸੋ, ਕਦੀ ਸ਼ੂਗਰ ਸੁਣੀ ਸੀ ਕਿਸੇ ਨੂੰ? ਕੈਂਸਰ ਸੁਣਿਆ ਸੀ? ਜੇ 20 ਸਾਲ ਪਹਿਲੇ ਕਿਸੇ ਨੇ ਸੁਣਿਆ ਨਹੀਂ ਸੀ ਤੇ ਪੜਿਆ ਕਿੰਨੇ ਹੋਏਗਾ? ਅਸੀਂ ਇਲਾਜ ਉਹਦੇ ਕੋਲੋਂ ਕਰਾ ਰਹੇ ਹਾਂ ਜਿਹਨੇ ਪੜਿਆ ਹੀ ਨਹੀਂਗਾ। ਲੰਪੀ ਦੀ ਬਿਮਾਰੀ ਅੱਜ ਆਈ ਹੈ ਤੇ ਤੁਸੀਂ ਪੁਰਾਣੇ ਡਾਕਟਰ ਕੋਲ, ਜਿਹੜਾ 50 ਸਾਲ ਪੁਰਾਣਾ ਹੈ, ਉਸ ਡਾਕਟਰ ਕੋਲ ਲੰਪੀ ਦਾ ਇਲਾਜ ਕਰਾਓਗੇ, ਤੁਹਾਡਾ ਜਾਨਵਰ ਠੀਕ ਹੋ ਜਾਏਗਾ? ਜਿੰਨੇ ਪੜ੍ਹੀ ਹੀ ਨਹੀਂ ਚੀਜ਼ ਹੈ ਉਹ ਇਲਾਜ ਕਿਵੇਂ ਕਰ ਲੇਗਾ? ਤੁਸੀਂ ਹਾਂਡੀ ਬਣਾਉਣ ਦਾ ਤਜਰਬਾ ਹੀ ਨਹੀਂ ਰੱਖਦੇ, ਤੁਸੀਂ ਹਾਂਡੀ ਕਿਵੇਂ ਬਣਾ ਲਓਗੇ? ਇਹ ਚੀਜ਼ਾਂ ਸਾਡੀਆਂ ਬੜੀਆਂ ਜ਼ਰੂਰੀ ਨੇ। ਮੈਂ ਇਹ ਨਹੀਂ ਕਹਿ ਰਿਹਾ ਕਿ ਡਾਕਟਰ ਜਿਹੜਾ ਆ ਰਿਹਾ ਨੂੰ ਕੱਢ ਦਿਓ ਬਾਹਰ ਤੇ ਮੈਨੂੰ ਵਾੜ ਦਿਓ। ਮੈਂ ਇਹ ਕਹਿ ਰਿਹਾ ਕਿ ਜਾਨਵਰ ਨੂੰ ਸਮਝਣ ਵਾਲਾ ਬੰਦਾ ਵਾੜੋ। ਅੱਜ ਤੋਂ 20 ਸਾਲ ਪਹਿਲੇ ਬਲੈਤੀ ਗਾਂ ਤੇ ਤੁਹਾਡੇ ਪਾਕਿਸਤਾਨ ਦੇ ਵਿੱਚ ਹੈ ਹੀ ਕਿਸੇ ਕੋਲ ਸੀਗੀ। ਅੱਜ ਹਰ ਬੰਦੇ ਦਾ ਵੱਡਾ ਚੱਡਾ ਵੇਖ ਕੇ ਤੇ ਦਿਲ ਕਰਦਾ ਮੈਂ ਬਲੈਤੀ ਗਾਂ ਲਿਆ ਕੇ ਡੇਰੇ ਤੇ ਬੰਨ੍ਹ ਲਵਾਂ। ਤੇ ਜਦੋਂ ਬਲੈਤੀ ਗਾਂ ਡੇਰੇ ਤੇ ਆਂਦੀ ਹੈ, ਉਹਦੀਆਂ ਜ਼ਰੂਰਤਾਂ ਪੂਰੀਆਂ ਕੋਈ ਨਹੀਂ ਹੁੰਦੀਆਂ, ਉਹ ਕਮਜ਼ੋਰ ਹੋ ਜਾਂਦੀ, ਦੁੱਧ ਦੇਣਾ ਖਤਮ ਹੋ ਜਾਂਦੀ, ਜਾਂ ਉਹਦੇ ਕੋਲ ਮਸਲਾ ਬਣਦਾ ਅੱਗੇ ਗੱਭਣ ਹੀ ਨਹੀਂ ਹੁੰਦੀ, ਤੇ ਅਸੀਂ ਕਹਿ ਦਿੰਦੇ ਜਨਾਬ ਡੇਅਰੀ 'ਚ ਫਾਇਦਾ ਹੀ ਕੋਈ ਨਹੀਂ ਹੈ। ਬੰਦਾ ਗੋਸ਼ਤ ਵਾਲਾ ਕਾਰੋਬਾਰ ਕਰਦਾ, ਆਪਣੀਆਂ ਗਲਤੀਆਂ ਤੋਂ ਉਹਦੀ ਜ਼ਰੂਰਤ ਪੂਰੀ ਨਹੀਂ ਕਰਦਾ, ਮੋਟੇ ਨਹੀਂ ਹੁੰਦੇ ਇੰਨੇ, ਉਹਨਾਂ ਫਾਇਦਾ ਦਿੰਦੇ ਕੋਈ ਨਹੀਂ, ਅਸੀਂ ਕਹਿੰਦੇ ਕਾਰੋਬਾਰ ਹੀ ਕੋਈ ਨਹੀਂ ਹੈ। ਤੁਸੀਂ ਦੇਖੋ ਨਾ, ਜਿਹੜੀ ਜਾਨਵਰ ਦੀ ਜ਼ਰੂਰਤ ਹੈ, ਅਗਰ ਤੁਸੀਂ ਉਹਦੀ ਜ਼ਰੂਰਤ ਪੂਰੀ ਕਰਕੇ ਆਉਂਦੇ ਹੋ ਨਾ, ਫਿਰ ਉਹ ਤੁਹਾਨੂੰ ਨਫਾ ਦਿੰਦਾ। ਹੁਣ ਤੁਸੀਂ ਕਹਿੰਦੇ ਹੋ ਜੀ ਅਸੀਂ ਫਾਰਮ ਦੇ ਉੱਤੇ ਕਹਿੰਦੇ ਕਿ ਰੁਪਈਆ ਵੀ ਨਾ ਬਚੇ, ਮਾਲ ਦੇ ਉੱਤੇ, ਮਾਲ ਦਾ ਪੇਟ ਭਰਨਾ ਚਾਹੀਦਾ, ਮਾਲ ਦੀ ਜ਼ਰੂਰਤ ਪੂਰੀ ਹੋਣੀ ਚਾਹੀਦੀ ਹੈ। ਜੇ ਜ਼ਰੂਰਤ ਪੂਰੀ ਹੋਣ ਦੇ ਬਾਵਜੂਦ 100 ਮੱਝ ਦਾ ਮਤਲਬ ਹੈ ਤੁਸੀਂ ਘੱਟ ਤੋਂ ਘੱਟ 2 ਲੱਖ ਦੀ ਮੱਝ ਵੀ ਲਾਓ। 4 ਕਰੋੜ ਦਾ ਮਾਲ ਬੰਨਿਆ ਤੇ 4 ਕਰੋੜ ਤੋਂ ਬਾਅਦ ਤੁਸੀਂ ਕਹੋ ਜੀ ਸਾਨੂੰ ਮਾਲ ਖਾਈ ਜਾਵੇ, ਸਾਨੂੰ ਨਾ ਵੀ ਬਚੇ ਖੈਰ ਆ। ਇਹ ਕਿਹੜਾ ਕਾਰੋਬਾਰ ਹੈ? 4 ਕਰੋੜ ਰੁਪਇਆ ਲਾਇਆ ਤੁਸੀਂ, ਚਲੋ ਚੋਖਾ ਨਾ ਕਮਾਓ, 4 ਲੱਖ ਰੁਪਏ ਕਰੋੜ ਦੇ ਪਿੱਛੇ 2 ਲੱਖ ਰੁਪਏ ਤੇ ਕਮਾਓ ਤੁਸੀਂ। ਵੈਸੇ ਤੇ 4 ਕਰੋੜ ਰੁਪਇਆ ਲਾਇਆ ਹੋਵੇ ਤੇ ਮਹੀਨੇ ਦਾ 8 ਤੋਂ 10 ਕਰੋੜ ਰੁਪਇਆ ਡੇਅਰੀ ਦਿੰਦੀ ਹੈ। 8 ਤੋਂ 10 ਲੱਖ ਰੁਪਇਆ ਦਿੰਦੀ ਹੈ ਅਗਰ 4 ਕਰੋੜ ਰੁਪਇਆ ਲਾਇਆ ਹੋਵੇ ਤੇ ਤੁਸੀਂ ਅੰਦਾਜ਼ਾ ਲਾ ਕੇ ਦੇਖ ਲਓ ਕਿ ਤੁਸੀਂ 4 ਕਰੋੜ ਲਾ ਕੇ ਕੀ ਕਮਾ ਰਹੇ ਹੋ। ਉਹਦੇ ਚ ਦੇਖੋ, ਮੈਂ ਨਹੀਂ ਕਹਿ ਰਿਹਾ ਤੁਸੀਂ ਵੰਡਾ ਮੇਰਾ ਪਾ ਰਹੇ ਹੋ ਤੇ ਤੁਹਾਡੇ ਕੋਲ ਜਨਾਬ 4 ਕਰੋੜ ਦੇ ਪਿੱਛੇ 15 ਲੱਖ ਰੁਪਇਆ ਬਚ ਜਾਣਾ। ਮੈਂ ਇਹ ਕਹਿ ਰਿਹਾ ਕਿ ਤੁਸੀਂ ਜਾਨਵਰ ਦੀ ਜਿਹੜੀ ਨੀਡ ਹੈ, ਜਿਹੜੀ ਉਹਦੀ ਜ਼ਰੂਰਤ ਹੈ, ਉਹ ਨਹੀਂ ਪੂਰੀ ਕਰ ਪਾ ਰਹੇ। ਇੱਕ ਬੰਦਾ ਹੈ, ਉਹਨੂੰ ਤੁਸੀਂ ਕਈ ਫੜਾਉਂਦੇ ਹੋ, ਉਹਨੂੰ ਤੁਸੀਂ 2 ਰੋਟੀਆਂ ਰੂਟੀਨ ਨਾਲ ਦਿੰਦੇ ਹੋ, ਉਹਦਾ ਕੰਮ ਕਿੰਨਾ ਹੈ ਜੀ? 1 ਕਿੱਲੇ ਦਾ ਬੰਨਾ ਛਾਂਗਣਾ, 1 ਕਿੱਲੇ ਦਾ ਬੰਨਾ ਉਹਨੇ ਇਕੱਲੇ ਨੇ ਛਾਂਗਣਾ। ਹੁਣ ਤੁਸੀਂ ਉਸ ਬੰਦੇ ਨੂੰ ਜਦੋਂ ਕਈ ਫੜਾਉਂਦੇ ਹੋ ਛਾਂਗਦਾ, ਉਹਨੂੰ 2 ਰੋਟੀਆਂ ਜ਼ਰੂਰਤ ਦੇ ਮੁਤਾਬਕ ਦਿੰਦੇ ਹੋ, ਨਾ ਉਹ ਤੇ ਕਮਜ਼ੋਰੀ ਆ ਰਹੀ ਨਾ ਉਹ ਤੇ ਤਾਕਤ ਆ ਰਹੀ, ਉਹ ਬਰਾਬਰ ਚੱਲਦਾ ਪਿਆ। ਉਸੇ ਜਗ੍ਹਾ ਦੇ ਉੱਤੇ ਤੁਸੀਂ ਉਹਨੂੰ ਉਸੇ ਖੁਰਾਕ ਦੇ ਉੱਤੇ ਉਹਦੇ ਕੋਲੋਂ 2 ਕਿੱਲਿਆਂ ਦਾ ਕੰਮ ਲਓਗੇ, ਕੀ ਹੋਏਗਾ? ਖਤਮ ਹੋਣ ਲੱਗ ਜਾਏਗਾ। ਇੱਕ ਟਾਈਮ ਆਏਗਾ ਉਹ ਆਪਣਾ ਜਿਸਮ ਦੇ ਵਿੱਚੋਂ ਫਿਰ ਤਾਕਤ ਆਪਣੀ ਜਿਹੜੀ ਉਹਨਾਂ ਨੇ ਨਿਚੋੜ ਕੇ ਲਾਣੀ ਸ਼ੁਰੂ ਕਰ ਦੇ। ਬਸ ਤੁਸੀਂ ਕਹਿੰਦੇ ਨਾ, ਮੈਨੂੰ ਕੋਈ ਬੰਦੇ ਮਸ਼ਵਰਾ ਦਿੰਦੇ, ਮੈਂ ਕਹਿੰਦਾ ਯਾਰ ਕਹਿੰਦੇ ਮੋਟਾਪਾ ਬੜਾ ਡਾਕਟਰ ਸਾਹਿਬ ਤੁਹਾਡੇ ਤੇ, ਮੋਟਾਪਾ ਘਟਾਓ। ਮੈਂ ਕਿਹਾ ਯਾਰ ਟਾਈਮ ਨਹੀਂ ਹੈ ਮੇਰੇ ਕੋਲ। ਉਹ ਕਹਿੰਦਾ ਤੁਸੀਂ ਸਿਰਫ ਨਾ ਥੱਲੇ ਬਹਿ ਕੇ ਮੱਝੀ ਚੋਣੀਆਂ ਸ਼ੁਰੂ ਕਰ ਦਿਓ ਨਾ, ਤੁਹਾਡਾ ਮੋਟਾਪਾ ਘਟ ਜੇ, ਜਾਂ ਸਵੇਰੇ 2 ਘੰਟੇ ਪੱਠੇ ਨਾਲ ਵਢਾ ਲਓ ਤੇ ਤੁਹਾਡਾ ਮੋਟਾਪਾ ਘਟ ਜੇ। ਇਹਦਾ ਮਤਲਬ ਇਹ ਕਿ ਉਸ ਟਾਈਮ ਜਿਹੜੀ ਮੇਰੀ એનર્ਜੀ ਵੇਸਟ ਹੋਣੀ ਹੈ, ਜਿਹੜੀ ਮੇਰੀ ਤਾਕਤ ਜਿਸਮ ਚੋਂ ਖਾਰਜ ਹੋਣੀ ਹੈ, ਉਸ ਤਾਕਤ ਨੂੰ ਫਿਲ ਕਰਨ ਵਾਸਤੇ ਮੇਰੇ ਜਿਸਮ ਦੀ ਚਰਬੀ ਨੇ ਕੰਮ ਕਰਨਾ। ਮੇਰੀ ਜਿਸਮ ਦੀ ਚਰਬੀ ਨੇ ਮੈਨੂੰ ਖਰਾਬ ਨਹੀਂ ਹੋਣ ਦੇਣਾ, ਉਹਨੇ ਆਪ ਖਤਮ ਹੋ ਜਾਣਾ, ਯੂਟਿਲਾਈਜ਼ ਹੋ ਕੇ ਜਿਸਮ ਨੂੰ ਤਾਕਤ ਦਿੰਦੇ ਰਹਿਣਾ। ਫਿਰ ਮੈਂ ਆਪਣੀ ਖੁਰਾਕ ਥੋੜੀ ਵੀ ਰੱਖਾਂਗਾ, ਕੋਈ ਮਸਲਾ ਨਹੀਂ ਹੈ। ਹੁਣ ਸਾਡਾ ਜਵਾਨ ਆ ਕੇ ਬੈਠਾ ਪੱਗ ਵਾਲਾ, ਹੁਣ ਇਹਦੇ ਬੰਦੇ ਦੇ ਉੱਤੇ ਕਿਹੜੀ ਚਰਬੀ ਇਹਦੇ ਜਿਸਮ ਨੂੰ ਤਾਕਤ ਦੀ ਹੈ? ਪੱਠੇ ਦਾ ਸਾਰੇ ਧਿਆਨ ਦੇਣਾ, ਠੀਕ ਹੈ, ਕਿਉਂਕਿ ਉਹ ਮਿਹਨਤ ਬੜੀ ਕਰਦਾ ਹੈ। ਇਹਨਾਂ ਚੀਜ਼ਾਂ ਨੂੰ ਸਾਨੂੰ ਦੇਖਣਾ ਚਾਹੀਦਾ। ਅਗਰ ਇਹ ਚੀਜ਼ਾਂ ਦੇਖ ਲਈਏ ਤਾਂ ਅਸੀਂ ਆਪੇ ਹੀ ਸੈੱਟ ਹੋ ਜਾਈਏ, ਇਹਦੇ ਕੋਈ ਸ਼ੱਕ ਨਹੀਂ।